ਜੂਸਰ ਮਸ਼ੀਨ ਇਸ ਲਈ ਕਰਾ ਦਿੱਤੀ ਜਨਾਬ, ਅਸਾਂ ਰਿਸਰਚ ਕੀਤੀ ਇਹਨਾਂ ਦੀ ਕਿ ਅਸਾਂ ਇਹਨਾਂ ਨੂੰ ਜੋ ਕੁਝ ਵੀ ਪਾਇਆ ਨਾ ਰਾਤ ਨੂੰ ਤੇ ਅਲਹਮਦੁਲਿल्लाह सुबह इन्होंने वो साडा हक नहीं रखे। जिंदाबाद। अस्सलामुअलैकुम नाजरीन, कैसे हैं आप नाजरीन? आज आपकी मुलाकात एक ऐसे किसान से करवाई जाएगी जिनके ख़ानदान में पिछले 100 साल से बफलो फार्मिंग की जा रही है। ये इंतहाई तजर्बाकार किसान हैं, आपको बहुत सारी गुर की बातें बताएंगे। तो चलें इनसे मिलते हैं और करते हैं बात। अस्सलामुअलैकुम जी। वालेकुम सलाम जनाब। बुजुर्गो की नाम है तुहाडा? मेरा नाम जनाब आसफ अली। आसफ अली साहब, ਇਹ ਕਿਹੜਾ ਪਿੰਡ ਹੈ, ਕਿਹੜੀ ਜਗ੍ਹਾ ਹੈ? ਮਲੂਚਿਤ ਪਿੰਡ ਜਨਾਬ। ਠੀਕ ਹੈ ਤੇ ਡੇਰਾ ਸਾਡਾ। ਸਹੀ ਹੋ ਗਿਆ। ਤੇ ਤੁਹਾਡੀ ਰਹਾਇਸ਼ ਵੀ ਇੱਥੇ ਵੀ ਜਾਂ ਰਹਾਇਸ਼ ਕਿਤੇ ਹੋਰ ਹੈ? ਰਹਾਇਸ਼ ਸਾਡੀ ਸ਼ਹਿਰ ਦੇ ਵਿੱਚ ਜਨਾਬ। ਸ਼ਹਿਰ ਰੰਗਪੁਰੇ ਚ? ਰੰਗਪੁਰੇ ਜਨਾਬ। ਜ਼ਿੰਦਾਬਾਦ। ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਡੰਗਰ ਰੱਖਦੇ ਆ, ਕੰਮ ਕਰਦੇ ਆ? ਸਾਡੇ ਪਿਓ ਦਾਦੇ ਤੋਂ ਕੰਮ ਜਿਹੜਾ ਨਾ ਸੀਆਈ ਕਰਦੇ ਆ। ਕੋਈ ਲਮਸਮ ਦੱਸ ਸਕਦੇ ਹੋ ਕਿ ਇੰਨੇ ਸਾਲ ਹੋ ਗਏ ਨੇ? ਤਕਰੀਬਨ ਤੁਸੀਂ ਸਮਝ ਲਓ 60-70 ਸਾਲ 100 ਸਾਲ ਤਕਰੀਬਨ ਹੋ ਗਿਆ ਇਹ ਕਾਰੋਬਾਰ ਕਰਦੇ। ਠੀਕ ਹੈ। ਔਰ ਤੁਹਾਨੂੰ ਜ਼ਿੰਦਗੀ ਲੰਘ ਗਈ ਹੈ ਤੁਹਾਡੀ ਬਚਪਨ ਦੀ? ਬਚਪਨ ਤੋਂ ਇਹ ਕਰ ਰਹੇ ਆ, ਬਾਪ ਵੀ ਦਾਦਾ ਵੀ। ਜ਼ਿੰਦਾਬਾਦ, ਮਾਸ਼ਾਅੱਲਾ। ਸਭ ਤੋਂ ਪਹਿਲੇ ਇਹ ਦੱਸੋ ਕਿ ਜਾਨਵਰਾਂ ਦੀ ਖੁਰਾਕ ਕੀ ਇਹਨਾਂ ਨੂੰ ਪਾਣਾ ਚਾਹੀਦਾ ਹੈ ਔਰ ਕੀ ਪਾਈਏ ਤੇ ਕੀ ਲਿਆ ਜਾਂਦਾ ਇਹਨਾਂ ਕੋਲੋਂ? ਜਾਨਵਰਾਂ ਨੂੰ ਅੱਛੀ ਤੋਂ ਅੱਛੀ ਖੁਰਾਕ ਪਾਓ, ਦਲੀਆ ਵਗੈਰਾ ਹੈ, ਵੜੇਵਿਆਂ ਦੀ ਖਾ ਲੇ, ਸੂੜੀ ਹੈ, ਚੋਕਰ ਹੈ, ਕੋੜੀ ਖਾ ਲੇ। ਮਈਆਂ ਨੂੰ ਪਾਓ, ਤੂੜੀ ਨਾਲ ਪਾਓ, ਨਾਲ ਸਟਾਲਾ ਜਿਹੜਾ ਪੱਠੇ ਅੱਜ ਕੱਲ੍ਹ ਚਲੇ ਦੇ ਨੇ ਇਹ ਪਾਓ। ਬਿਹਤਰ ਜਿਹੜੀ ਬਿਹਤਰ ਤੋਂ ਬਿਹਤਰ ਖੁਰਾਕ ਪਾਓਗੇ ਤੇ ਬਿਹਤਰ ਤੁਸੀਂ ਇਹਨਾਂ ਕੋਲ ਫਾਇਦਾ ਲਓਗੇ। ਸਹੀ ਹੈ। ਅਗਰ ਤੁਸੀਂ ਨਾ ਪਾਓਗੇ ਨਾ ਤੇ ਤੁਹਾਡਾ ਨੁਕਸਾਨ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ। ਠੀਕ ਹੋ ਗਿਆ। ਅੱਛਾ, ਤੁਸੀਂ ਮਿਕਸ ਡੰਗਰ ਰੱਖੇ ਨੇ? ਜੀ ਜੀ। ਗਾਈਆਂ ਵੀ ਰੱਖੀਆਂ ਨੇ ਤੇ ਮੱਝਾਂ ਵੀ ਰੱਖੀਆਂ ਨੇ, ਉਹਦੀ ਕੀ ਵਜ੍ਹਾ ਹੈ? ਮਸਲਨ ਕਿ ਕਈ ਗਾਹਕ ਸਾਡੇ ਕੋਲ ਗਾਈਆਂ ਦਾ ਦੁੱਧ ਮੰਗਦੇ ਨੇ, ਕਈ ਮੱਝਾਂ ਦਾ ਮੰਗਦੇ ਨੇ। ਤੁਸੀਂ ਜਿਹੜੇ ਮੱਝਾਂ ਦਾ ਮੰਗਦੇ ਨੇ ਮੱਝਾਂ ਦਾ ਦੇ ਦਿੰਦੇ, ਜਿਹੜਾ ਗਾਈਆਂ ਦਾ ਮੰਗਦੇ ਨੇ ਉਹਨੂੰ ਗਾਈਆਂ ਦਾ ਦੇ ਦਿੰਦੇ ਆ। ਅਕਸਰ ਅਸੀਂ ਫਾਰਮਾਂ ਤੇ ਜਾਂਦੇ ਆ, ਮੁਖਤਲਿਫ ਲੋਕਾਂ ਨਾਲ ਮਿਲਦੇ ਆ, 90 ਤੋਂ ਜ਼ਾਇਦ ਫੀਸਦ ਲੋਕ ਕਹਿੰਦੇ ਨੇ ਕਿ ਗਾਈਆਂ ਦਾ ਦੁੱਧ ਨਹੀਂ ਵਿਕਦਾ। ਤੁਹਾਡੀ ਕੀ ਰਾਏ ਵੇ? ਸਾਡੀ ਰਾਏ ਹੈ ਜੀ ਕਿ ਗਾਈਆਂ ਦਾ ਦੁੱਧ ਮਈਆਂ ਦੇ ਦੁੱਧ ਨਾਲੋਂ ਅੱਛਾ ਹੈ। ਸਮਝਦਾਰ ਲੋਕ ਜਿਹੜੇ ਨੇ ਨਾ ਉਹ ਗਾਈਆਂ ਦਾ ਦੁੱਧ ਆਪਣੇ ਬੱਚਿਆਂ ਨੂੰ ਵੀ ਪਿਲਾਉਂਦੇ ਨੇ ਤੇ ਇਹ ਦੁੱਧ ਵੀ ਸਮਝਦਾਰ ਹੈ, ਅਕਲਮੰਦ ਦੁੱਧ ਹੈ। ਤੇ ਅੱਗੋਂ ਸਾਡੇ ਲੋਕਾਂ 'ਚ ਇੱਕ ਫੈਸ਼ਨ ਹੋ ਗਿਆ, ਰਿਵਾਜ ਹੋ ਗਿਆ ਕਿ ਮੱਝ ਦਾ ਦੁੱਧ ਪੀਣਾ। ਸਹੀ ਹੈ। ਤੁਹਾਡੇ ਕੋਲ ਮਾਸ਼ਾਅੱਲਾ ਕਿੰਨੀਆਂ ਗਾਈਆਂ ਨੇ? ਮਾਸ਼ਾਅੱਲਾ ਸਾਡੇ ਕੋਲ 14-15 ਗਾਈਆਂ ਨੇ। ਕਿਹੜੀ ਨਸਲ ਦੀਆਂ ਰੱਖੀਆਂ ਜੇ? ਮਸਲ ਵਲੈਤੀ ਵੀ ਨੇ ਵਿੱਚ, ਮਸਲ ਕਿ ਦੋਗਲੀਆਂ ਵੀ ਨੇ ਵਿੱਚ, ਰਲੀਆਂ ਮਿਲੀਆਂ ਨੇ। ਕ੍ਰਾਸ ਰੱਖੀਆਂ ਨੇ ਜੀ। ਕ੍ਰਾਸ ਰੱਖਣ ਦੀ ਕੋਈ ਖਾਸ ਵਜ੍ਹਾ? ਮਸਲ ਕਿ ਗਰਮੀ ਨਹੀਂ ਕਰਦੀਆਂ, ਨਾ ਸਰਦੀ ਦਾ ਇਹਨਾਂ ਨੂੰ ਭਾਰ ਹੈ, ਨਾ ਗਰਮੀ ਦਾ ਭਾਰ ਹੈ। ਸਹੀ ਹੈ। ਜਿਹੜੀ ਵਲੈਤੀ ਨੇ ਉਹ ਗਰਮੀਆਂ ਦੇ ਵਿੱਚ ਗਰਮੀ ਜ਼ਿਆਦਾ ਕਰਦੀਆਂ ਨੇ, ਸਾਡੇ ਸਮਝ ਤੋਂ ਬਾਹਰ ਨੇ। ਉਹ ਫਾਰਮਾਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਉਹਨਾਂ ਦੇ, ਸਾਡੇ 'ਚੋਂ ਨਿਜ਼ਾਮ ਨਹੀਂ ਹੈ। ਸਹੀ ਹੈ। ਇਹ ਗਾਈਆਂ ਤੁਸੀਂ ਕਿੱਥੋਂ ਲਈਆਂ? ਇਹ ਗਾਈਆਂ ਸਾਡੀਆਂ ਸ਼ੁਰੂ ਤੋਂ ਟੁਰੀਆਂ ਆਉਂਦੀਆਂ ਨੇ ਪਈਆਂ, ਪਿਓ ਦਾਦੇ ਤੋਂ ਨਸਲਾਂ ਟੁਰੀਆਂ ਆਉਂਦੀਆਂ ਨੇ ਪਈਆਂ। ਅੱਗੋਂ ਫਿਰ ਟੀਕੇ ਸੀ ਜਿਹੜੇ ਚਲੇ ਨੇ ਅੱਜ ਕੱਲ੍ਹ, ਮਸਲਨ ਕਿ ਆਸਟ੍ਰੇਲੀਆ ਟੀਕਾ ਲਵਾ ਲਓ, ਫਲਾਣੀ ਨਸਲ ਦਾ ਟੀਕਾ ਲਵਾ ਲਓ। ਅੱਛਾ, ਇਸ ਤਰ੍ਹਾਂ ਫਿਰ ਟੀਕੇ ਲਵਾ ਲੈਂਦੇ ਨੇ ਡੰਗਰਾਂ ਨੂੰ, ਫਿਰ ਨਸਲ ਚੇਂਜ ਹੋ ਜਾਂਦੀ ਹੈ। ਸਹੀ ਹੈ। ਤੇ ਅੱਗੋਂ ਤੁਸੀਂ ਆਪਣੀ ਨਸਲ ਲੈ ਰਹੇ ਹੋ ਗਾਈਆਂ ਦੀ ਸਾਰੀ? ਹਾਂਜੀ, ਆਪਣੀ ਨਸਲ ਹੈ ਸਾਡੀ। ਬੈੜੀਆਂ ਮਾਸ਼ਾਅੱਲਾ ਆਪਣੀਆਂ ਕੋਈ 8-10 ਵੀ ਬੈੜੀਆਂ ਧੋਤੀ ਦੀਆਂ ਨੇ, ਉਹ ਬੈੜੀਆਂ ਧੋਤੀ ਦੀਆਂ ਨੇ, ਉਹ ਪਰਾਂ ਵਿੱਚ ਬੈੜੀ ਧੋਤੀ ਦੀ ਹੈ, ਉਹ ਪਿੱਛੇ ਅੰਦਰ ਧੋਤੀ ਦੀ ਹੈ। ਠੀਕ ਹੋ ਗਿਆ। ਤੁਸੀਂ ਦੱਸਿਆ ਕਿ ਮੱਝਾਂ ਦਾ ਤੇ ਗਾਵਾਂ ਦਾ ਸਾਡਾ ਦੋਵਾਂ ਦਾ ਦੁੱਧ ਵਿਕ ਜਾਂਦਾ ਹੈ? ਹਾਂਜੀ ਅਲਹਮਦੁਲਿल्लाह। ਕਿੱਥੇ ਵੇਚਦੇ ਹੋ ਤੇ ਕਿਹੜੇ ਰੇਟ ਤੋਂ ਵੇਚਦੇ ਹੋ? ਅਸੀਂ ਜਨਾਬ ਮੱਝਾਂ ਦਾ ਦੁੱਧ ਜਿਹੜਾ ਨਾ 120 ਰੁਪਏ ਕਿਲੋ ਵੇਚਦੇ ਤੇ ਗਾਵਾਂ ਦਾ ਦੁੱਧ 100 ਰੁਪਏ ਕਿਲੋ ਵੇਚਦੇ। ਠੀਕ ਹੈ। ਵੇਚਦੇ ਸਿਟੀ ਏਰੀਆ ਵਿੱਚ? ਸ਼ਹਿਰ ਦੇ ਵਿੱਚ ਸਿਰਫ ਫਰਕ ਇੰਨਾ ਕਿ ਅਸੀਂ ਦੁੱਧ 'ਚ ਪਾਣੀ ਨਹੀਂ ਪਾਉਂਦੇ। ਜ਼ਿੰਦਾਬਾਦ, ਮਾਸ਼ਾਅੱਲਾ। ਤੁਸੀਂ ਦੱਸ ਰਹੇ ਹੋ ਕਿ ਸਾਡਾ ਦੁੱਧ ਜਲਦੀ ਜਾਏ ਜਾਂ ਲੇਟ ਜਾਏ, ਲੋਕ ਅੱਗੇ ਜਿਹੜੇ ਨੇ ਖਲੋਤੇ ਹੁੰਦੇ ਨੇ। ਤੁਸੀਂ ਤਜਰਬਾ ਕਰ ਲਵੋ, ਇਹ ਮੁੰਡੇ ਦੇ ਨਾਲ ਚਲੇ ਜਾਈਏ, ਹੁਣ ਦੁੱਧ ਲੈ ਕੇ ਜਾਏਗਾ, ਉੱਥੇ ਔਰਤਾਂ ਵੀ ਖੜੀਆਂ ਹੋਣਗੀਆਂ, ਬੰਦੇ ਵੀ ਖੜੇ ਹੋਣਗੇ, ਇੰਤਜ਼ਾਰ ਕਰਦੇ ਹੋਣਗੇ ਕਿ ਕਿਸ ਟਾਈਮ ਦੁੱਧ ਲੈ ਕੇ ਆਏ, ਅਸੀਂ ਦੁੱਧ ਲੈ ਕੇ ਜਾਈਏ। ਚਾਹੇ 11 ਵਜੇ ਜਾਏ, ਚਾਹੇ ਉਹ 12 ਵਜੇ ਜਾਏ, ਉੱਥੇ ਲੋਕ ਇੰਤਜ਼ਾਰ ਕਰਦੇ ਹੋਣਗੇ ਦੁੱਧ ਵਾਸਤੇ। ਦੁੱਧ ਉੱਥੇ ਹੋਰ ਵੀ ਲੋਕ ਬੜਾ ਵੇਚਦੇ ਨੇ ਵੀ। ਐਡਾ ਵੱਡਾ ਇਤਮਾਦ ਬਣਾਉਣ 'ਚ ਕਿੰਨੀ ਦੇਰ ਲੱਗੀ? ਉਹ ਦਾਦੇ ਤੋਂ ਇਹ ਟੁਰਿਆ ਆਉਂਦਾ ਪਿਆ। ਠੀਕ ਹੈ। ਔਰ ਸ਼ੁਰੂ ਤੋਂ ਹੀ ਦੁੱਧ 'ਚ ਪਾਣੀ ਤੁਸੀਂ ਨਹੀਂ ਪਾਇਆ? ਪਾਣੀ ਨਹੀਂ ਪਾਇਆ ਦੁੱਧ ਵਿੱਚ। ਇਹ ਤੁਹਾਡੀ ਖਾਸੀਅਤ ਹੈ? ਦੁੱਧ 'ਚ ਪਾਣੀ ਨਹੀਂ ਪਾਇਆ। ਘਰ ਦੇ ਵਿੱਚ ਜਾਣਾ ਦੁੱਧ ਉਸੇ ਟਾਈਮ ਲੋਕਾਂ ਨੇ ਲੈ ਜਾਣਾ, ਸ਼ਾਮ ਨੂੰ ਤੇ ਸਵੇਰ। ਆਸਾ ਸਾਹਿਬ, ਮੈਨੂੰ ਕਹਿਣ ਦੇਵੋ ਕਿ ਤੁਸੀਂ ਦੁੱਧ 'ਚ ਪਾਣੀ ਨਹੀਂ ਪਾਇਆ ਤਾਂ ਅੱਲਾ ਨੇ ਫਿਰ ਬਰਕਤ ਵੀ ਪਾਈ ਹੈ? ਅਲਹਮਦੁਲਿल्लाह, ਸ਼ੁਕਰ ਅੱਲਾਹ ਪਾਕ ਦਾ ਇਹਸਾਨ ਹੈ। ਜਿਹੜੇ ਲੋਕ ਦੁੱਧ 'ਚ ਪਾਣੀ ਪਾਉਂਦੇ ਨੇ ਨਾ ਉਹ ਲੋਕ ਨੁਕਸਾਨ 'ਚ ਰਹਿੰਦੇ ਨੇ। ਉਹਨਾਂ ਨੂੰ ਇਹ ਨਹੀਂ ਅੱਕਾ ਸੋਚਦੇ ਕਿ ਮਹੀਨੇ ਬਾਅਦ ਇੱਕ ਮਰ ਜਾਂਦੀ ਹੈ, ਉਹ 3 ਲੱਖ ਰੁਪਏ ਦੀ ਉਹ ਕਿੱਥੋਂ ਪੂਰੀ ਕਰਨੀ ਹੈ। ਬੜੀ ਗੱਲ ਹੈ। ਅੱਛਾ, ਕਿੰਨੀਆਂ ਮੱਝਾਂ ਨੇ ਤੇ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਇਹ ਨੇਪਾਲੀ ਦੀਆਂ ਮਈਆਂ ਨੇ, ਕਾਲੇ ਚੀਚਾ ਸਾਈਡ ਦੀਆਂ ਮਈਆਂ ਨੇ। ਤਦਾਦ ਮਾਸ਼ਾਅੱਲਾ ਸਾਡੇ ਕੋਲ ਮਈਆਂ ਨੇ ਕੋਈ 40 ਕੁ ਮਈਆਂ ਨੇ। ਉਹਨਾਂ ਦੇ ਛੋਟੇ ਜਾ ਵੀ ਨਾ ਰੱਖੇ ਨੇ? ਜੀ, ਜਾ ਵੀ ਨਾਲ। ਜਾ ਪਾ ਕੇ ਕਿੰਨੇ ਹੋ ਗਏ?
ਜਾ ਪਾ ਲਓ, ਕੋਈ 10 ਕੁ ਜਾ ਹੈ ਮਈਆਂ ਦੇ। ਅੱਛਾ, ਕੀ ਵਜ੍ਹਾ ਹੈ ਕਿ ਦੇਸੀ ਨਹੀਂ ਰੱਖੀਆਂ? ਦੇਸੀ ਮਈਆਂ ਮਸਲਨ ਕਿ ਦੁੱਧ ਨਹੀਂ ਆਣਾ ਦਿੰਦੀਆਂ, ਉਹ ਅਸੀਂ ਨਹੀਂ ਸੀ ਰੱਖਦੇ। ਸਹੀ ਹੈ। ਤੁਸੀਂ ਜ਼ਿਆਦਾ ਦੁੱਧ ਦਾ ਕਾਰੋਬਾਰ ਕਰਦੇ ਹੋ ਜਾਂ ਕੋਈ ਡੰਗਰ ਵੇਚ ਕੇ, ਕਟੀਆਂ ਕੱਟੇ ਵੇਚ ਕੇ ਵੀ ਕਾਰੋਬਾਰ ਤੁਸੀਂ ਆਪਣਾ ਚਲਾਉਂਦੇ ਹੋ? ਨਹੀਂ, ਸਾਡਾ ਦੁੱਧ ਹੀ ਕਾਰੋਬਾਰ ਹੈ। ਤੇ ਡੰਗਰ ਤੁਸੀਂ ਕਟੀਆਂ ਕੱਟੇ ਨਹੀਂ ਪਾਲਦੇ? ਨੇ ਕਟੀਆਂ ਅਸੀਂ ਪਾਲ ਲੈਂਦੇ ਆ, ਕਟੀਆਂ ਅਸੀਂ ਨਹੀਂ ਦਿੰਦੇ ਆ। ਕਟੀਆਂ ਸਾਡੀਆਂ ਤਕਰੀਬਨ ਮਾਸ਼ਾਅੱਲਾ ਤੁਹਾਨੂੰ ਵਿਖਾ ਸਕਣਾ ਵਿੱਚ 12-13 ਕਟੀਆਂ ਹੋਣੀਆਂ ਸਾਡੀਆਂ ਵਿੱਚ। ਅਸੀਂ ਕਟੀਆਂ ਨਹੀਂ ਵੇਚਦੇ ਮਈਆਂ ਦੀਆਂ, ਜਿਹੜੀਆਂ ਅੱਛੀਆਂ ਮਈਆਂ ਨੇ ਨਾ ਅਸੀਂ ਉਹਨਾਂ ਦੀ ਜਾਨ ਵੀ ਕਟੀਆਂ ਵੇਚਦੇ। ਸਹੀ ਹੈ, ਯਾਨੀ ਆਪਣੀ ਨਸਲ ਹੀ ਤੁਸੀਂ ਅੱਗੇ ਵਧਾਉਂਦੇ ਹੋ? ਹਾਂ, ਕੋਸ਼ਿਸ਼ ਕਰਨੇ ਆਪਣੀ ਨਵੀਆਂ ਲੈ ਕੇ, ਕੋਈ ਜਿਹੜਾ ਬੰਦਾ ਸਮਝਦਾਰ ਹੈ ਨਾ ਉਹ ਤੇ ਆਪਣੀ ਨਸਲ ਅਗਰ ਵਧਾਏਗਾ ਤੇ ਤਾਂ ਫਾਇਦਾ ਹੀ ਹੋਏਗਾ, ਨੁਕਸਾਨ ਤੇ ਤਾਂ ਕੋਈ ਨਹੀਂ ਹੈ। ਸਭ ਪਾਣਾ ਤਾਂ ਇਹਨਾਂ ਨੂੰ ਉਹ ਰੂਟੀਨ ਰੋਜ਼ਾਨਾ ਪਾਣੇ ਆ। ਅਗਰ ਇਹਦੇ ਬੱਚੇ ਵੇਚ ਦਿਆਂਗੇ ਤਾਂ ਵੀ ਰੂਟੀਨ ਨਾਲ ਉਹ ਹੀ ਪਾਣਾ। ਆਸਫ ਭਾਈ, ਤੁਸੀਂ ਦੱਸਿਆ ਕਿ ਸਾਡੇ ਕੋਲ ਬਾਰੇ ਦੀਆਂ ਸਾਰੀਆਂ ਮੱਝਾਂ ਨੇ। ਜੀ। ਅਗਰ ਕੋਈ ਨਵਾਂ ਬੰਦਾ ਬਾਰੇ ਦੀਆਂ ਮੱਝਾਂ ਲੈਣਾ ਚਾਹੁੰਦਾ ਵੇ, ਜੀ, ਉਹਦੀ ਪਹਿਚਾਨ ਅਹਮ ਗੱਲਾਂ। ਪਹਿਚਾਨ ਜਿਹੜਾ ਅੱਛਾ ਜਾਨਵਰ ਹੈ ਨਾ ਤੇ ਜਿਹੜੇ ਅੱਛੇ ਲੋਕ ਨੇ ਉਹ ਤੁਹਾਨੂੰ ਦੂਰੋਂ ਹੀ ਪੇ ਲੱਭਣਗੇ। ਜ਼ਿਆਦਾ ਲੋਕ ਨੇ ਜਿਹੜੇ ਸੁੱਕੀਆਂ ਮਈਆਂ ਨੂੰ ਬੱਚੇ ਦੂਜੇ ਲਾ ਕੇ ਵੇਚਦੇ ਨੇ, ਉਹਦੇ ਨਾਲ ਬਿਹਤਰ ਹੈ ਜਿਹੜੇ ਮੰਡੀਆਂ ਦੇ ਵਿੱਚ ਅੱਛੇ ਲੋਕ ਵਪਾਰੀ ਨੇ ਨਾ, ਤੰਬੂਆਂ ਥੱਲੇ ਮਈਆਂ ਵੇਚਦੇ ਨੇ, ਡੇਰੇਦਾਰ ਨੇ, ਉਹ ਲੋਕ ਦਾ ਨਹੀਂ ਲਾਉਂਦੇ। ਜਿਹੜੇ ਮੰਡੀਆਂ ਦੇ ਵਿੱਚ ਹੱਥ ਫੜੀਆਂ ਮਈਆਂ ਵੇਚਦੇ ਨੇ ਨਾ, ਉਹ ਲੋਕ ਦਾ ਲਾਉਂਦੇ ਨੇ। ਜਿਹੜੀ ਬੜੀ ਅਹਿਮ ਗੱਲ ਦੱਸੀ ਹੈ ਕਿ ਦੋ ਤਰ੍ਹਾਂ ਦੇ ਲੋਕ ਮੱਝਾਂ ਵੇਚਦੇ ਨੇ, ਇੱਕ ਆਪਣਾ ਪੂਰਾ ਕੈਂਪ ਲਾ ਕੇ ਜਿਹੜਾ ਵੇਚਦੇ ਨੇ, ਉਹਨਾਂ ਦਾ ਡੇਰਾ ਡੱਪਾ ਹੈ, ਉਹਨਾਂ ਦੀ ਪਛਾਣ ਹੈ ਕਿ ਫਲਾਣੇ ਇਲਾਕੇ ਦੇ ਨੇ, ਡੇਰੇਦਾਰ ਨੇ, ਉਹ ਧੋਖਾ ਫਰੇਬ ਨਹੀਂ ਕਰਨਗੇ। ਸਹੀ ਹੈ। ਜਿਹੜੇ ਮਹੀਂ ਹੱਥ 'ਚ ਫੜ ਕੇ ਮੰਡੀ 'ਚ ਫੇਰਨਗੇ ਨਾ, ਉਹ ਤੁਹਾਡੇ ਨਾਲ ਧੋਖਾ ਫਰੇਬ ਕਰ ਲਣਗੇ, ਵੇਚ ਕੇ ਗਾਇਬ ਹੋ ਜਾਣਗੇ। ਉਹ ਵੇਚ ਕੇ ਗਾਇਬ ਹੋ ਜਾਣਗੇ। ਮਹੀਂ ਤੁਹਾਡੇ ਨਾਲ ਲਿਖ ਘਤੇਗੀ, ਉਹ ਤੁਹਾਡੀ ਹੈ, ਲੂਲੀ ਹੈ, ਲੰਗੜੀ ਉਹ ਤੁਹਾਡੀ ਹੈ। ਸਹੀ ਹੈ। ਕੁਝ ਲੋਕ ਕਹਿੰਦੇ ਨੇ ਕਿ ਉੱਥੇ ਜਾ ਕੇ ਪਿੰਡਾਂ 'ਚ ਚੱਕਾਂ 'ਚ ਫੇਰ ਕੇ ਵੀ ਲਈ ਜਾਣੀ ਚਾਹੀਦੀ ਹੈ, ਤੁਹਾਡੀ ਕੀ ਰਾਏ ਵੇ? ਉਹ ਵੀ ਮਸਲਨ ਕਿ ਅਗਰ ਤੁਹਾਡੇ ਤਲੁਕਾਤ ਅੱਗੇ ਹੈ ਨੇ ਕਿਸੇ ਵਪਾਰੀ ਦੇ ਨਾਲ ਤੇ ਤੁਸੀਂ ਚੱਕਾਂ ਦੇ ਵਿੱਚੋਂ ਜਾ ਕੇ ਫੇਰ ਕੇ ਲਿਆ ਸਕਦੇ ਹੋ। ਸਹੀ ਹੈ। ਤੁਸੀਂ ਸਾਰੀਆਂ ਉੱਥੋਂ ਹੀ ਲੈਂਦੀਆਂ ਨੇ? ਉਹਦੇ ਨਾਲ ਬਿਹਤਰ ਹੈ ਕਿ ਮੰਡੀ 'ਚ ਜਾਓ, ਉਹ ਸਭ ਨਾਲ ਬੈਸਟ ਹੈ। ਸਹੀ ਹੈ। ਤੇ ਤੁਹਾਡੀਆਂ ਮੰਡੀ ਦੇ ਵਿੱਚ ਅਸੀਂ ਮੰਡੀ ਦੇ ਵਿੱਚ ਹੀ ਲੈਣੇ ਆ। ਜ਼ਿੰਦਾਬਾਦ। ਮੰਡੀ ਦੇ ਵਿੱਚ ਇਹ ਵੀ ਕਿ ਅੱਛੀ ਤੋਂ ਅੱਛੀ ਮੱਝ ਆਈ ਹੁੰਦੀ ਹੈ। ਇੱਕ ਤੁਸੀਂ ਲੈ ਕੇ ਆਏ ਦਿਓ ਮੱਝ ਡੇਰੇ ਤੋਂ ਤੁਹਾਡੇ ਤੇ ਜਾਵਾਂਗਾ ਤੇ ਤੁਸੀਂ ਮੈਨੂੰ 10,000 ਰੁਪਏ ਮਹਿੰਗੀ ਦਿਓਗੇ, ਤੇ ਅਗਰ ਤੁਸੀਂ ਮੰਡੀ ਲੈ ਕੇ ਆਏ ਹੋਗੇ, ਕਿਰਾਇਆ ਖਰਚ ਕੇ ਆਏ ਹੋਗੇ, ਤਾਂ ਤੁਸੀਂ ਵੇਚਣ ਵਾਸਤੇ ਲਿਆਏ ਹੋ। ਸਹੀ ਹੈ। ਤੇ ਤੁਹਾਨੂੰ ਤਾਂ ਮੈਂ ਵੀ 10,000 ਰੁਪਏ ਰਿਆਤ ਲੱਭੇਗੀ ਤੇ ਅੱਛੀ ਮੈਂ ਵੀ ਲੱਭੇਗੀ। ਜ਼ਿੰਦਾਬਾਦ। ਅੱਛਾ, ਤੁਹਾਡਾ ਉੱਥੇ ਕਾਰੋਬਾਰ ਕਿਸੇ ਨਾਲ ਚੱਲ ਜਾਏਗਾ, ਫਿਰ ਤੁਸੀਂ ਕੁਝ ਪੈਸੇ ਨਕਦ ਵੀ ਕਰ ਸਕਦੇ ਹੋ, ਕਿਸੇ ਨਾਲ ਕੁਝ ਵਧਾਰ ਵੀ ਕਰ ਸਕਦੇ ਹੋ। ਉਹ ਤੁਹਾਡਾ ਸਿਸਟਮ ਚੱਲ ਪਏਗਾ, ਫਿਰ ਤੁਸੀਂ ਨਿਜ਼ਾਮ ਚਲਾ ਲੋਗੇ ਆਪਣਾ। ਠੀਕ ਹੋ ਗਿਆ। ਉਹ ਤੁਹਾਡੇ ਤੇ ਮੁਅੱਸਰ ਹੈ ਕਿ ਤੁਸੀਂ ਕਿਸੇ ਨਾਲ ਅੱਛਾ ਚੱਲਦੇ ਹੋ ਜਾਂ ਬੁਰਾ ਚੱਲਦੇ ਹੋ। ਜੇ ਕਿਸੇ ਨਾਲ ਬੁਰਾ ਚਲੋਗੇ ਤਾਂ ਦੁਬਾਰਾ ਤੁਹਾਨੂੰ ਉਧਾਰ ਕੋਈ ਨਹੀਂ ਦੇਗਾ। ਅਗਰ ਅੱਛਾ ਚੱਲਦੇ ਹੋ ਤਾਂ ਤੁਸੀਂ ਪਿਛਲੇ ਪੈਸੇ ਦੇ ਜਾਓਗੇ, ਕੋਈ ਤੁਸੀਂ ਲਈ ਜਾਓਗੇ। ਵੈਰੀ ਗੁੱਡ, ਬੜੀ ਜ਼ਬਰਦਸਤ ਗੱਲ ਤੁਹਾਨੂੰ ਸੁਣਾਈ ਹੈ। ਅੱਛਾ, ਤੁਸੀਂ ਹੁਣ ਇਹ ਦੱਸੋ ਕਿ ਤੁਹਾਡੇ ਕੋਲ ਲਹਿਰੀਆਂ ਮੱਝਾਂ ਕਿੰਨੀਆਂ ਨੇ? ਮਾਸ਼ਾਅੱਲਾ ਸਾਡੇ ਕੋਲ ਜਿਹੜਾ ਨਾ ਕੋਈ 15 ਕੁ ਮਈਆਂ 20 ਲੈ ਰਹੀਆਂ ਨੇ, ਤੇ ਬਾਕੀ ਕੋਈ ਥੋੜਾ ਸੁਖਾਂਗੜੀਆਂ ਨੇ ਵੀ ਥੋੜਾ ਦੁੱਧ ਦਿੰਦੀਆਂ ਨੇ। ਕੁਝ ਮਈਆਂ ਸੂਣ ਟੁੱਕੀਆਂ ਨੇ, ਸੂਣ ਵਾਲੀਆਂ ਨੇ, ਮੈਂ ਤਿਆਰ ਨੇ। ਕੋਈ ਇੱਕ ਦੋ ਸੂਈ ਹੈ 1-2 ਦਿਨ ਦੇ ਵਿੱਚ। ਸਹੀ ਹੈ। ਤੇ ਵਿੱਚ ਕੁਝ ਮਤਲਬ ਸੂਣ ਵਾਲੀਆਂ ਨੇ। ਤੁਸੀਂ ਮੱਝਾਂ ਨੂੰ ਜੂਸਰ ਮਸ਼ੀਨ ਕਰਾਰ ਦਿੱਤਾ ਵੇ, ਉਹ ਤਫਸੀਲ ਦੱਸੋ। ਜੂਸਰ ਮਸ਼ੀਨ ਇਸ ਲਈ ਕਰਾਰ ਦਿੱਤਾ ਜਨਾਬ, ਅਸਾਂ ਰਿਸਰਚ ਕੀਤੀ ਹੈ ਇਹਨਾਂ ਦੀ ਕਿ ਅਸਾਂ ਇਹਨਾਂ ਨੂੰ ਜੋ ਕੁਝ ਵੀ ਪਾਇਆ ਨਾ ਰਾਤ ਨੂੰ, ਤੇ ਅਲਹਮਦੁਲਿਲਾ ਸੁਬਹ ਇਹਨਾਂ ਨੇ ਉਹ ਸਾਡਾ ਹੱਕ ਨਹੀਂ ਰੱਖਿਆ। ਜ਼ਿੰਦਾਬਾਦ। ਮਗਰ ਅਸਾਂ ਇਹਨਾਂ ਨੂੰ ਰਾਤ ਨੂੰ ਜੇ ਅੱਛਾ ਵੰਡਾ ਪਾਇਆ ਤੇ ਸੁਬਹ ਇਹਨਾਂ ਸਾਨੂੰ ਅੱਛਾ ਦੁੱਧ ਦਿੱਤਾ। ਅਗਰ ਰਾਤ ਨੂੰ ਅਸਾਂ ਇਹਨਾਂ ਨੂੰ ਬੁਰਾ ਵੰਡਾ ਪਾਇਆ ਤੇ ਇਹਨਾਂ ਸਾਨੂੰ ਸਵੇਰੇ ਕੁਝ ਵੀ ਨਹੀਂ ਦਿੱਤਾ। ਇਹ ਮਾਲਕ ਤੇ ਮੁਅੱਸਰ ਹੈ ਕਿ ਮਾਲਕ ਇਹਨਾਂ ਨਾਲ ਕਿਸ ਤਰ੍ਹਾਂ ਵਰਤਾਓ ਕਰਦਾ ਹੈ। ਅਗਰ ਅੱਛਾ ਇਹਨਾਂ ਦੀ ਖਿਦਮਤ ਕਰੇਗਾ ਤੇ ਮਾਲਕ ਦੇ ਨਾਲ ਇਹ ਇਨਸਾਨ ਜ਼ਿਆਦਾ ਵਫਾ ਕਰਨਗੇ। ਸਹੀ ਹੋ ਗਿਆ। ਤੁਸੀਂ ਅੱਜ ਕੱਲ ਕੀ ਜਾਨਵਰਾਂ ਨੂੰ ਪਾ ਰਹੇ ਹੋ? ਅਸੀਂ ਅੱਜ ਕੱਲ ਜਿਹੜਾ ਨਾ ਮਸਲਨ ਕਿ ਤੂੜੀ, ਚੋਕਰ, ਵੰਡਾ ਜ਼ਿਆਦਾ ਤੇ ਵੰਡਾ ਹੀ ਇਸਤੇਮਾਲ ਕਰ ਰਹੇ ਜੀ, ਕਿਉਂਕਿ ਹਰਾ ਪੱਠਾ ਤੇ ਬਹੁਤ ਕਮ ਜੇ ਸਰਦੀ ਦੀ ਵਜ੍ਹਾ ਨਾਲ, ਕੁਛ ਬਾਰਿਸ਼ਾਂ ਦੀ ਵਜ੍ਹਾ ਨਾਲ ਖਰਾਬ ਹੋ ਗਿਆ, ਤੇ ਅਸੀਂ ਜਿਹੜਾ ਨਾ ਤੂੜੀ ਵੰਡਾ ਜ਼ਿਆਦਾ ਇਸਤੇਮਾਲ ਕਰ ਰਹੇ ਹਾਂ ਸੁਬਾਹ ਵੀ ਤੇ ਸ਼ਾਮ ਨੂੰ ਵੀ। ਠੀਕ ਹੈ। ਤੇ ਜਿਹੜਾ ਤੁਸੀਂ ਚੋਕਰ ਦੱਸਿਆ ਉਹ ਕੋਈ ਖਾਸ ਹੈ ਜਾਂ ਕਿ ਆਮ ਹੀ ਜਿਹੜਾ ਮਾਰਕੀਟ 'ਚ ਮਿਲਦਾ ਉਹੀ ਪਾ ਰਹੇ? ਚੋਕਰ ਹੈ, ਸੂੜੀ ਬੜੇ ਫਰਕ ਕਿਸਮਾਂ ਦੀ ਹੈ। ਠੀਕ ਹੈ। ਅੱਛੀ ਸੂੜੀ ਤੁਸੀਂ ਵੇਖ ਕੇ ਉੱਥੋਂ ਲਵੋ ਮੰਡੀ ਦੇ ਵਿੱਚੋਂ, ਵਡੇਵਿਆਂ ਦੀ ਖਾ ਲੇ, ਜਾਂ ਦਲੀਆ ਤੁਸੀਂ ਮਸਲਨ ਕਿ ਆਪੇ ਵੀ ਦਲੀਆ ਤੁਸੀਂ ਕਣਕ ਲੈ ਕੇ ਦਲੀਆ ਪਿਆ ਸਕਦੇ ਹੋ, ਜਾਂ ਚਨੇ ਲੈ ਕੇ ਉੱਥੋਂ ਮਸਲਨ ਕਿ ਤੁਸੀਂ ਉਹ 4 ਫੜ ਕਰਾ ਕੇ ਉਹ ਭਿਓ ਕੇ ਪਾ ਸਕਦੇ ਹੋ। ਅੱਛਾ, ਉਹ ਤੁਹਾਡੇ ਤੇ ਆਪਣੇ ਤੇ ਮੁਅੱਸਰ ਹੈ ਕਿ ਤੁਸੀਂ ਕੀ ਪਾਣਾ ਚਾਹੁੰਦੇ ਹੋ ਇਹਨਾਂ ਨੂੰ। ਇਹ ਕੰਮ ਕੈਸਾ ਹੈ, ਤੁਸੀਂ ਦੱਸੋ ਨਵੇਂ ਬੰਦੇ ਵਾਸਤੇ ਇਹ ਕੰਮ ਕੈਸਾ ਹੈ? ਅਗਰ ਨਵੇਂ ਬੰਦੇ ਨੇ ਇਹ ਕੰਮ ਕਰਨਾ ਤੇ ਪਹਿਲੇ ਨੰਬਰ ਦੇ ਉੱਤੇ
ਇਹ ਗੱਲ ਸੀ ਰੱਖਿਆ ਕਿ ਮੈਂ ਮਿਹਨਤ ਕਰਨੀ ਹੈ ਨਾਲ, ਇਹ ਨਹੀਂ ਕਰਨਾ ਕਿ ਮੈਂ ਮੰਜੀ ਤੇ ਬਹਿ ਰਵਾਂ। ਅਗਰ ਤੁਸੀਂ ਬੰਦੇ ਵੀ ਨਾਲ ਰੱਖੇ ਨੇ ਨਾ ਤੇ ਬੰਦੇ ਦੇ ਨਾਲ ਕੰਮ ਕਰੋਗੇ ਤੇ ਤੁਸੀਂ ਕਾਮਯਾਬ। ਅਗਰ ਤੁਸੀਂ ਘਰ ਆਪਣੇ ਬਹਿ ਰਹੋਗੇ ਤੇ ਕਹੋਗੇ ਨਾ ਹਾਲੀ ਬੰਦੇ ਕੰਮ ਕਰਨਗੇ ਤੁਹਾਡਾ, ਤੇ ਉਹ ਬਿਲਕੁਲ ਗਲਤ ਗੱਲ ਹੈ। ਠੀਕ ਹੈ। ਬੰਦਿਆਂ ਦੇ ਉੱਤੇ ਰਹੋਗੇ, ਆਪਣੇ ਜਾਨਵਰਾਂ ਨੂੰ ਵੇਖੋਗੇ ਕੀ ਕਰਦੇ ਨੇ ਪਏ ਕੀ ਨਹੀਂ ਪਏ ਕਰਦੇ, ਕੋਈ ਬਿਮਾਰ ਹੈ ਕੋਈ ਠੀਕ ਹੈ, ਕਿ ਤੁਸੀਂ ਨਜ਼ਰ ਆਏਗਾ ਤੁਹਾਨੂੰ। ਠੀਕ ਹੈ। ਕੋਈ ਬਿਮਾਰ ਹੋਈ ਹੈ, ਕਿਸੇ ਨੂੰ ਟੀਕਾ ਲਾਣਾ ਹੈ ਜਾਂ ਕਿਸੇ ਨੂੰ ਕੀ ਕਰਨਾ ਹੈ, ਠੀਕ ਹੈ, ਉਹ ਤੁਹਾਨੂੰ ਮੁਲਾਜ਼ਮਾਂ ਨੇ ਦੱਸਣਾ, ਤੁਸੀਂ ਖੁਦ ਵੇਖਣਾ। ਠੀਕ ਹੈ। ਤੇ ਕੋਸ਼ਿਸ਼ ਉਹ ਲੋਕ ਕਰਨੇ ਆ ਕਾਰੋਬਾਰ ਕਰਨ ਦੀ ਜਿਨ੍ਹਾਂ ਦੀ ਜ਼ਮੀਨ ਆਪਣੀ ਹੈ। ठीक है। क्या इस काम च मुनाफा है अगर जमीन अपनी है तो? बहुत मुनाफा है, जो जमीन अपनी होए ते ਇਹਦੇ ਵਿੱਚ ਅਲਹਮਦੁਲਿਲਾ ਬਹੁਤ ਮੁਨਾਫਾ ਹੈ। मतलब कि इस टाइम फर्ज करो ਤੁਹਾਡੇ ਕੋਲ 40 ਜਾਂ 50 ਜਾਨਵਰ ਨੇ ਜੀ ਜੀ, ਤੇ ਮਾਸ਼ਾਅੱਲਾ ਕਿੰਨੀ ਕੁ ਇਨਕਮ ਹੋ ਜਾਂਦੀ ਹੈ ਮਹੀਨੇ 'ਚ? ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਹੈ, ਬਹੁਤ ਸੋਹਣਾ ਵਕਤ ਗੁਜ਼ਰ ਰਿਹਾ। ਜ਼ਬਰਦਸਤ। ਅਸੀਂ 3 ਭਾਈ ਹਾਂ ਠੀਕ ਹੈ। ਤੇ ਬਹੁਤ ਅੱਛੀ ਜ਼ਿੰਦਗੀ ਗੁਜ਼ਾਰਨੇ ਪਏ ਸ਼ਹਿਰ ਦੇ ਵਿੱਚ। ਜ਼ਬਰਦਸਤ। ਬੱਚੇ ਸਾਡੇ ਪੜ੍ਹਦੇ ਨੇ ਪਏ ਅੱਛੇ ਸਕੂਲਾਂ ਦੇ ਵਿੱਚ। ਠੀਕ ਹੈ। ਤੇ ਤੁਹਾਡੀ ਜਗ੍ਹਾ ਆਪਣੀ ਹੈ ਜਾਂ ਅਲਹਮਦੁਲਿਲਾ ਜਗ੍ਹਾ ਸਾਡੀ ਤੇ ਆਪਣੀ। ਪੱਠੇ ਆਪਣੇ ਨੇ ਕਿ ਮੁੱਲ ਦੇ ਲੈਂਦੇ ਹੋ? ਪੱਠੇ ਅਸੀਂ ਮੁੱਲ ਦੇ ਲੈਂਦੇ ਹਾਂ। ਤੇ ਮੁੱਲ ਦੇ ਲੈ ਕੇ ਵੀ ਅਲਹਮਦੁਲਿਲਾ ਤੁਹਾਨੂੰ ਮੁਨਾਫਾ ਸਹੀ ਹੋ ਰਿਹਾ। ਅਲਹਮਦੁਲਿਲਾ ਅਸੀਂ ਇੱਜ਼ਤ ਨਾਲ ਸੋਹਣਾ ਵਕਤ ਪਾਸ ਕਰਨੇ ਪਏ। ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਨਾ ਆਪਣੀ ਜਗ੍ਹਾ ਵਾਲੇ ਨੂੰ ਮੁਨਾਫਾ ਹੁੰਦਾ ਹੈ। ਆਪਣੀ ਮੈਂ ਕਹਿੰਦਾ ਅਸੀਂ ਮੁੱਲ ਦਾ ਲੈ ਕੇ ਪਾਉਂਦੇ ਤਾਂ ਵੀ ਅਲਹਮਦੁਲਿਲਾ ਇੱਜ਼ਤ ਨਾਲ ਰੋਟੀ ਖਾਣੇ ਆ। ਤੇ ਜਿਨ੍ਹਾਂ ਦੀ ਜ਼ਮੀਨ ਆਪਣੀ ਹੋਏਗੀ ਨਾ ਉਹਨਾਂ ਨੂੰ ਤੇ ਬਹੁਤ ਫਾਇਦਾ ਹੈ। ਮਤਲਬ ਉਹਨਾਂ ਦਾ ਮੁਨਾਫਾ ਡਬਲ ਹੋ ਜਾਏਗਾ? ਡਬਲ ਤੋਂ ਵੀ ਜ਼ਿਆਦਾ ਹੋ ਜਾਏਗਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਟਾਲ ਉਹਨਾਂ ਨੇ ਬੀਜਿਆ ਹੋਣਾ ਹੈ ਤੇ ਉਹਨਾਂ ਨੇ ਮੁਫਤ ਦਾ ਦੁੱਧ ਚੋਣਾ ਹੈ। ਇਹ 3 4 5 ਮਹੀਨੇ ਉਹਨਾਂ ਨੇ ਮੁਫਤ ਦਾ ਦੁੱਧ ਚੋਣਾ। ਅੱਛਾ, ਤੁਸੀਂ ਦੱਸੋ ਕਿ ਆਪਣੀ ਜਿਹੜੀ ਡੰਗਰਾਂ ਦੇ ਉੱਤੇ ਲਾਗਤ ਤੋਂ ਬਾਅਦ ਤੁਹਾਨੂੰ ਮੁਨਾਫਾ ਕਿੰਨਾ ਕੋਈ ਜਾਂਦਾ? ਪਰ ਕਰੋ ਜੇ 18000 ਤੁਸੀਂ ਕਹਿ ਰਹੇ ਹੋ ਡੇਲੀ ਦਾ ਲਾਗਤ ਹੈ, ਤੇ ਡੇਲੀ ਦਾ ਮੁਨਾਫਾ ਕਿੰਨਾ ਹੋ ਰਿਹਾ ਤੁਹਾਨੂੰ ਲਾਗਤ ਕੱਢ ਕੇ? ਅਗਰ ਹਿਸਾਬ ਨਹੀਂ ਕੀਤਾ ਐਡਾ ਮਸਲ ਗਿਆ ਤੇ ਛੋਟਾ ਭਾਈ ਉਹ ਅੱਗੇ ਲਾਇਆ ਜੀ, ਅਸੀਂ ਪਿੱਛੇ ਤੁਹਾਡੇ ਖਲੋਤਾ ਦੇ ਤੇ ਉਹ ਨਹੀਂ ਪਤਾ ਜੀ ਇਹ ਕੈਸੇ ਲੋਚਦਾ। ਸਾਨੂੰ ਇਹ ਪਤਾ ਕਿ ਸਾਡੇ ਘਰ ਦਾ ਨਿਜ਼ਾਮ ਬਹੁਤ ਸ਼ੁਕਰ ਅਲਹਮਦੁਲਿਲਾ ਅੱਛਾ ਚੱਲਦਾ ਪਿਆ ਤੇ ਐਸੇ ਡੰਗਰਾਂ ਦੇ ਕਾਰੋਬਾਰ ਤੋਂ ਚੱਲਦਾ ਪਿਆ। ਅੱਛਾ, ਇੱਕ ਮੱਝ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇ ਛੱਡਦੀ ਹੈ? ਮਾਸ਼ਾਅੱਲਾ ਮਈਆਂ ਵਿੱਚ ਦੁੱਧ 12 ਸਿਰ 13 ਸਿਰ 14 ਸਿਰ 15 ਸਿਰ ਵੀ ਦੁੱਧ ਦਿੰਦੀ ਮਈ। ਔਰ ਘੱਟ ਤੋਂ ਘੱਟ? ਘੱਟ ਤੋਂ ਘੱਟ ਮਈ 2-3 ਸਿਰ ਦੁੱਧ ਵੀ ਦਿੰਦੀ ਹੈ। ਸਹੀ ਹੋ ਗਿਆ। ਤੇ ਇੰਨੀਆਂ ਮੱਝਾਂ ਵਿੱਚ ਝੋਟਾ ਵੀ ਰੱਖਿਆ ਕੋਈ? ਆਹ ਅਲਹਮਦੁਲਿਲਾ ਝੋਟੇ ਤੋਂ ਬਗੈਰ ਤੇ ਬੇਵਕੂਫੀ ਹੈ ਡੰਗਰ ਰੱਖਣਾ। ਅੱਛਾ, ਆ ਝੋਟਾ ਨਾ ਹੋਏਗਾ ਤੇ ਡੰਗਰ ਰੱਖਣੇ ਬੇਵਕੂਫੀ ਹੈ। ਇਸ ਗੱਲ ਨੂੰ ਸਾਬਤ ਕਰੋ। ਤੁਹਾਡੀ ਮੱਝ ਬੋਲੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੇ ਤੁਸੀਂ ਕੀ ਫਾਇਦਾ ਤੁਹਾਨੂੰ ਮਸਲਾ ਕੁਛ ਮੱਝ ਦਾ ਤੁਸੀਂ ਵੇਖਦੇ ਰਹੋਗੇ ਦੁੱਧ ਸੁੱਕ ਜਾਏਗਾ। ਅਗਰ ਬਸ ਝੋਟਾ ਵਿੱਚ ਹੋ ਜਾਏਗਾ ਮਈਆਂ ਗੱਭਣਾ ਪਈਆਂ ਹੋਣਗੀਆਂ, ਮਈਆਂ ਪਈਆਂ ਸੂਣਗੀਆਂ ਤੇ ਝੋਟਾ ਪਛਾਣ ਕਰ ਲੈਂਦਾ ਬੋਲੀ ਹੈ? ਬਿਲਕੁਲ ਝੋਟਾ ਆਪੇ ਹੈ ਕਿ ਜਦੋਂ ਕੁਦਰਤੀ ਇੱਕ ਅੱਲਾਹ ਤਾਲਾ ਨਿਜ਼ਾਮ ਬਣਾਇਆ ਦਾ ਬਿਲਕੁਲ। ਉਹਦੇ ਵਿੱਚ ਮੇਰਾ ਮਕਸਦ ਝੋਟਾ ਵਿੱਚ ਡੰਗਰਾਂ ਦੇ ਜੇ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਝੋਟੇ ਨੇ ਮੈਂ ਗੱਭਣ ਕਰ ਛੱਡਣੀ। ਕਮ ਅਜ਼ ਕਮ ਕਿੰਨੀਆਂ ਮੱਝਾਂ 'ਚ ਝੋਟਾ ਹੋਣਾ ਚਾਹੀਦਾ? ਇੱਕ ਕਮ ਸੇ ਕਮ ਕੋਈ 40 ਮਈਆਂ ਦੇ ਵਿੱਚ ਝੋਟਾ ਇੱਕ ਲਾਜ਼ਮੀ ਹੋਣਾ ਚਾਹੀਦਾ। ਐਸੇ ਪਾਸੇ ਤੁਹਾਨੂੰ ਪੁੱਛਿਆ ਜਿਹੜਾ ਲੋਕਾਂ ਨੇ 40 ਤੋਂ ਥੱਲੇ ਨੇ 30 ਮੱਝਾਂ ਵੀ ਰੱਖੀਆਂ ਨੇ ਉਹ ਵੀ ਝੋਟਾ ਉਹ ਰੱਖ? ਵੀ 20 ਮਈਆਂ ਵਾਲੇ ਵੀ ਝੋਟਾ ਰੱਖਣ ਲਾਜ਼ਮੀ। ਸਹੀ ਹੈ। ਯਾਨੀ ਇਹ ਲਿਮਿਟ ਮੈਕਸਿਮਮ 40 ਹੋਣੀ ਚਾਹੀਦੀ, ਘੱਟੋ ਘੱਟ 10 ਮਈਆਂ ਵੀ ਜਿੰਨੇ ਰੱਖੀਆਂ ਨੇ ਨਾ ਉਹ ਵੀ ਝੋਟਾ ਰੱਖੇ ਲਾਜ਼ਮੀ। ਮੈਂ ਇਸ ਵਾਸਤੇ ਸਵਾਲ ਪੁੱਛ ਰਿਹਾ, ਕੁਝ ਲੋਕ ਝੋਟੇ ਨੂੰ ਬੋਝ ਸਮਝਦੇ ਨੇ। ਝੋਟਾ 10 ਮਈਆਂ ਵੀ ਜਿਹਨੇ ਰੱਖੀਆਂ ਨੇ ਨਾ ਉਹ ਵੀ ਰੱਖੇ ਲਾਜ਼ਮੀ ਉਹਦੇ ਵਾਸਤੇ। ਸਹੀ ਹੈ। ਉਹਨੂੰ ਫਾਇਦਾ ਹੀ ਫਾਇਦਾ, ਨੁਕਸਾਨ ਨਹੀਂ। ਨਹੀਂ ਜੀ ਫਾਇਦਾ ਹੀ ਫਾਇਦਾ ਬਹੁ ਜੀ। ਜੋ ਖਾਂਦਾ ਉਹ ਆਪਣਾ ਪੂਰਾ ਕਰ ਦੇਗਾ। ਉਹਨੇ ਕੁਝ ਉਹਦਾ ਫਾਇਦਾ ਹੀ ਫਾਇਦਾ ਬਹੁ ਜੀ। ਇਹ 10000 ਵਿੱਚ ਝੋਟਾ ਇਹ ਨਹੀਂ ਹੈ ਤੇ ਸਾਰੀ ਤਰੰਡੀ ਬਕਾਰ ਖਤਮ ਹੈ। ਜੇ ਤਾਂ ਨਹੀਂ ਨਾ ਵਿੱਚ ਝੋਟਾ ਕਿਹੜੀ ਨਸਲ ਦਾ ਜਿਹੜਾ ਰੱਖਿਆ ਤੁਸੀਂ? ਬਾਰੀ ਦਾ ਝੋਟਾ ਅੱਛਾ ਹੀ ਨਸਲ ਦਾ ਰੱਖਿਆ ਦਾ ਸਾਜਣਾ। ਤੇ ਬਾਰੀ ਦਾ ਝੋਟਾ ਜਿਹੜਾ ਬਾਹਰੋਂ ਲਿਆਉਣਾ ਪਿਆ ਉੱਥੋਂ ਤੇ ਕਿੰਨੇ ਕਿਦਾ ਲੱਗ ਜਾਂਦਾ? ਝੋਟਾ ਮਾਸ਼ਾਅੱਲਾ ਉੱਥੋਂ ਲੱਭ ਜਾਂਦਾ ਕੋਈ 1.5 ਲੱਖ ਰੁਪਏ ਦਾ ਉੱਥੋਂ ਲੈਣ ਜਾਈਏ ਤੇ। ਐਨੇ ਡੰਗਰਾਂ ਨੂੰ ਕਿੰਨੇ ਬੰਦੇ ਸੰਭਾਲ ਰਹੇ ਹੋ? ਅਸੀਂ ਮਾਸ਼ਾਅੱਲਾ 4 ਬੰਦੇ ਸੰਭਾਲੇ ਜਾਂਦੇ ਡੰਗਰਾਂ ਨੂੰ। ਕਿੰਨੀ ਜਗ੍ਹਾ ਜੇ ਤੁਹਾਡੀ? ਸਮਾਨ ਕਿੰਨੀ ਜਗ੍ਹਾ ਸਾਡੀ ਹੈ? ਹੋਣੀ ਇੱਕ ਨਾਲ ਹੜ ਕਨਾਲ ਜਗ੍ਹਾ ਸਾਡੀ। ਛੱਤੀ ਕਿੰਨੀ ਹੈ ਤੇ ਖਾਲੀ ਕਿੰਨੀ ਹੈ? ਅੱਧੀ 36 ਅੱਧੀ ਖਾਲੀ। ਸਹੀ ਹੋ ਗਿਆ। ਇਹ ਕਨਾਲ ਐਨੇ ਡੰਗਰਾਂ ਵਾਸਤੇ ਸਹੀ ਹੈ? ਬਿਹਤਰੀਨ ਹੈ ਅਲਹਮਦੁਲਿਲਾ। ਘੱਟ ਤੇ ਨਹੀਂ? ਨਹੀਂ ਬੜਾ ਸਕੂਨ ਦੇ ਨਾਲ ਬਾਊ ਜੀ ਅੰਦਰ ਬਾਹਰ ਪੱਠੇ ਖੋਲੀਆਂ ਦੇ ਲੱਗ ਕੇ ਆ ਸੁੱਟੇ ਤੇ ਅੰਦਰ ਬਾਹਰ, ਅੰਦਰ ਵਾਲੇ ਅੰਦਰ ਲੱਗ ਜਾਣਾ, ਬਾਹਰ ਵਾਲੇ ਬਾਹਰ ਲੱਗ ਜਾਣੇ, ਉਧਰ ਵਾਲੇ ਉਧਰ ਲੱਗ ਜਾਣੇ। ਡੰਗਰਾਂ ਨੂੰ ਖੋਲਦੇ ਵੀ ਹੋ ਜਾਂ ਸਿਰਫ ਅੰਦਰ ਹੀ ਰੱਖਦੇ ਹੋ? ਨਹੀਂ ਬਾਹਰ ਕੱਢਣਾ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਬਾਹਰ ਬੰਨਣਾ। ਕਿੱਲਿਆਂ ਦੇ ਵੱਖਰੇ ਵੱਖਰੇ ਆਪਣੀ ਆਪਣੀ ਜਗ੍ਹਾ ਚਰਾਉਂਦੇ ਨਹੀਂ? ਚਰਾਣੇ ਆ ਜਦੋਂ ਮੌਸਮ ਆਉਂਦਾ ਬਸ ਕਣਕਾਂ ਦੀ ਕਟਾਈ ਹੁੰਦੀ ਹੈ ਤੇ ਜਾਂ ਮੱਝੀ ਦੀ ਕਟਾਈ ਹੁੰਦੀ ਹੈ ਉਦੋਂ ਚਰਾਈ। ਸਹੀ। ਉਂਝ ਮਜਬੂਰੀ ਹੈ ਕਿ ਅੰਦਰ ਰੱਖਣਾ? ਉਂਝ ਮਸਲ ਕਿ ਅਸੀਂ ਅੰਦਰੋਂ ਕੱਢਣੀਆਂ ਨੇ, ਬਾਹਰ ਉੱਥੇ ਕਿੱਲੇ ਲਾਏ ਤੇ ਉੱਥੇ ਕਿੱਲਿਆਂ ਦੇ ਬੰਨਣੇ। ਸਹੀ ਹੋ ਗਿਆ। ਕਿਉਂਕਿ ਹਰ ਬੰਦੇ ਨੇ ਫਸਲ ਬੀਜਿਆ ਕਿ ਫਸਲ ਤੇ ਨਾ ਖਰਾਬ ਕਰਨਾ। ਅਗਰ ਆਪਣੇ ਪੱਠੇ ਲੇਦੇ ਨੇ ਮੁੱਲ ਉਹਨਾਂ ਦੇ ਵਿੱਚ ਅਸੀਂ ਛੱਡ ਕੇ ਚਾਰ ਸਕਦੇ ਹਾਂ, ਸਾਡੀ ਮਰਜ਼ੀ ਹੈ। ਵੱਢ ਕੇ ਪਾਈਏ ਜਾਂ ਵਿੱਚ ਚਰਾਈਏ ਉਹ ਸਾਡੀ ਮਰਜ਼ੀ ਹੈ। ਸਹੀ ਹੋ ਗਿਆ। ਮੱਝਾਂ ਨੂੰ ਤੇ ਗਾਵਾਂ ਨੂੰ ਜੀ। ਸੋਚ ਕਿੰਨੇ ਨੰਬਰ ਦਵੋਗੇ? ਮੇਰੇ ਹਿਸਾਬ ਨਾਲ ਤੇ 5 ਨੰਬਰਾਂ ਦੇ ਫਰਕ ਹੋਏਗਾ। ਜੇ 100 ਵਿੱਚੋਂ
95 ਗਾਈ ਤੇ 100 ਮਹੀਂ ਦਾ ਹੋਏਗਾ, 5 ਨੰਬਰ ਦੇ ਫਰਕ ਹੋਏਗਾ। ਯਾਨੀ ਤੁਹਾਡੀ ਨਜ਼ਰ 'ਚ ਸਿਰਫ 5% ਫਰਕ ਹੈ। 5 ਇਸ ਤੋਂ ਜ਼ਿਆਦਾ ਕੋਈ ਫਰਕ ਨਹੀਂ ਹੈ। ਜਿਹੜੇ ਲੋਕ ਜ਼ਿਆਦਾ ਸਮਝਦੇ ਨੇ ਉਹਨਾਂ ਨੂੰ ਨਹੀਂ ਸਮਝਣਾ ਚਾਹੀਦਾ। ਤੇ ਅਸੀਂ ਬਹੁਤ ਸਾਰੀ ਚੀਜ਼ਾਂ ਪੁੱਛੀਆਂ ਨੇ, ਆਖਰੀ ਗੱਲ ਦੇ ਤੌਰ ਤੇ ਜਿਹੜੀ ਪੁੱਛਣੀ ਚਾਹੀਦੀ ਨਹੀਂ ਪੁੱਛੀ, ਨਵੇਂ ਬੰਦਿਆਂ ਦੇ ਹਵਾਲੇ ਨਾਲ ਕੋਈ ਐਸਾ ਮਸ਼ਵਰਾ ਦੇਖ ਲਓ ਜਿਹੜਾ ਸਦਕਾ ਜਾਰੀਆ ਬਣ ਜਾਏ। ਅਸੀਂ ਤੇ ਇਹ ਮਸ਼ਵਰਾ ਦੇਵਾਂਗੇ ਜਨਾਬ, ਜਿਹੜਾ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ ਨਾ, ਉਹ ਜ਼ਮੀਨ ਭਾਂਡੇ ਵਾਲਾ ਕਰੇ, ਦੂਸਰਾ ਬੰਦਾ ਕਾਰੋਬਾਰ ਨਾ ਕਰੇ। ਅੱਛਾ, ਹਾਂ ਬਿਲਕੁਲ। ਜਾਂ ਜਿਹੜਾ ਬੰਦਾ ਮਿਹਨਤ ਕਰਨ ਦਾ ਸ਼ੌਕ ਹੈ ਨਾ ਜਿਹਨੂੰ, ਉਹ ਬੰਦਾ ਕਾਰੋਬਾਰ ਕਰੇ। ਠੀਕ ਹੈ। ਕਈ ਬੰਦੇ ਹੁੰਦੇ ਨੇ ਕਿਸੇ ਦੀ ਗੱਲ ਤੇ ਕਹਿਣ ਤੇ ਮੱਝਾਂ ਲੈ ਆਉਂਦੇ ਨੇ, ਠੀਕ ਹੈ। ਉਹ ਬਾਅਦ ਜੋ ਪਰੇਸ਼ਾਨ ਹੋ ਜਾਂਦੇ ਨੇ, ਯਾਰ ਇਹਨਾਂ ਨੂੰ ਪਾਣਾ ਕੀ ਹੈ, ਚੋਣਾ ਕੀ ਹੈ। ਠੀਕ ਹੈ। ਤੇ ਜਿਹੜਾ ਤੁਸੀਂ ਖੁਦ ਕਾਰੋਬਾਰ ਕੰਮ ਨਹੀਂ ਨਾ ਕਰ ਸਕਦੇ, ਹਾਂ, ਉਹ ਕਾਰੋਬਾਰ ਨਹੀਂ ਕਰਨਾ ਚਾਹੀਦਾ। ਠੀਕ ਹੈ। ਕਾਰੋਬਾਰ ਉਹ ਕਰੋ ਜਿਹੜਾ ਤੁਸੀਂ ਖੁਦ ਕਰ ਸਕਦੇ। ਜ਼ਿੰਦਾਬਾਦ। ਬਹੁਤ ਸ਼ੁਕਰੀਆ ਭਾਈ ਜੀ, ਤੁਸੀਂ ਕਾਫੀ ਅੱਛੀ ਮਾਲੂਮਾਤ ਦਿੱਤੀਆਂ ਨੇ। अस्सलाम वालेकुम। ਵਾਲੇਕਮ ਸਲਾਮ।